ਤਾਂ ਵੱਡੀ ਖਬਰ ਦਾ ਰੁਖ ਕਰਦੇ ਹਾਂ। ਅੱਜ 14 ਅਗਸਤ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਵੰਡ ਦੀ ਤਬਾਹੀ ਦੇ ਤੌਰ ਤੇ ਮਨਾਇਆ ਜਾਵੇਗਾ 14 ਅਗਸਤ। ਪ੍ਰਧਾਨ ਮੰਤਰੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਤੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਨੂੰ ਪ੍ਰਧਾਨ ਮੰਤਰੀ ਨੇ ਵੰਡ ਦੀ ਤਬਾਹੀ ਦੱਸਿਆ ਹੈ। ਉਹਨਾਂ ਕਿਹਾ ਕਿ ਕਦੇ ਵੀ ਵੰਡ ਦਾ ਦਰਦ ਭੁਲਾਇਆ ਨਹੀਂ ਜਾ ਸਕਦਾ ਤੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਨੂੰ ਪ੍ਰਧਾਨ ਮੰਤਰੀ ਦੇ ਵੱਲੋਂ ਵੰਡ ਦੀ ਤਬਾਹੀ ਐਲਾਨਿਆ ਗਿਆ ਹੈ। ਕਿਹਾ ਵੰਡ ਦਾ ਦਰਦ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਤੇ 14 ਅਗਸਤ ਨੂੰ ਵੰਡ ਦੀ ਤਬਾਹੀ ਦੇ ਤੌਰ ਤੇ ਯਾਦ ਕੀਤਾ ਜਾਵੇਗਾ। ਤਾਂ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਅੱਜ ਦੱਸ ਦਈਏ ਕਿ 14 ਅਗਸਤ ਹੈ। ਪਾਕਿਸਤਾਨ ਦੇ ਵੱਲੋਂ 14 ਅਗਸਤ ਨੂੰ ਆਪਣਾ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ, ਪਰ ਇਸ ਆਜ਼ਾਦੀ ਦਿਹਾੜੇ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੰਡ ਦੀ ਤਬਾਹੀ ਦੇ ਤੌਰ ਤੇ ਕਿਹਾ ਗਿਆ ਹੈ ਕਿ ਇਸ ਨੂੰ ਯਾਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ 14 ਅਗਸਤ ਦਾ ਦਰਦ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। 14 ਅਗਸਤ ਦੇ ਦਿਨ ਜਿਸ ਤਰੀਕੇ ਦੇ ਨਾਲ ਕਈ ਭੈਣਾਂ ਤੋਂ ਭਰਾ ਵਿਛੜ ਗਏ, ਕਈ ਮਾਵਾਂ ਦੇ ਪੁੱਤ ਚਲੇ ਗਏ, ਕਈਆਂ ਨੇ ਆਪਣਿਆਂ ਨੂੰ ਖੋ ਦਿੱਤਾ ਤੇ ਇਸ ਤਰੀਕੇ ਦੇ ਨਾਲ ਜੋ ਕੁਝ ਵੀ ਹੋਇਆ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਂਕੜੇ ਸਾਡੀਆਂ ਭੈਣਾਂ ਨੇ ਆਪਣੇ ਭਰਾ ਗਵਾ ਲਿੱਤੇ, ਕਈਆਂ ਨੇ ਆਪਣੀਆਂ ਜਾਨਾਂ ਗਵਾ ਲਿੱਤੀਆਂ ਇਸ ਨਫ਼ਰਤ ਭਰੇ ਮਾਹੌਲ ਦੇ ਵਿੱਚ, ਇਸ ਹਿੰਸਾ ਭਰੇ ਮਾਹੌਲ ਦੇ ਵਿੱਚ। ਤੇ ਉਸੇ ਦੀ ਯਾਦ ਦੇ ਵਿੱਚ, ਉਸੇ ਬਲੀਦਾਨ ਦੇ ਲਈ ਜੋ 14 ਅਗਸਤ ਨੂੰ ਹੈ ਉਹ ਵੰਡ ਦੀ ਤਬਾਹੀ ਐਲਾਨਿਆ ਗਿਆ ਹੈ। ਵੰਡ ਦੀ ਤਬਾਹੀ ਦੇ ਤੌਰ ਤੇ ਯਾਦ ਕੀਤਾ ਜਾਵੇਗਾ। ਪਾਰਟੀਸ਼ਨ ਹਾਰਰਸ ਰਿਮੈਂਬਰੈਂਸ ਡੇ ਇਹ 14 ਅਗਸਤ ਨੂੰ ਐਲਾਨ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਵੱਲੋਂ ਟਵੀਟ ਕਰਕੇ ਵੀ ਉਹਨਾਂ ਨੇ ਇਸ ਦੀ ਜਾਣਕਾਰੀ ਜੋ ਹੈ ਸਾਂਝੀ ਕੀਤੀ ਹੈ ਕਿ ਪਾਰਟੀਸ਼ਨ ਦਾ ਦਰਦ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਉਹਨਾਂ ਕਿਹਾ ਕਿ ਸੈਂਕੜੇ ਸਾਡੀਆਂ ਭੈਣਾਂ ਅਤੇ ਭਰਾ ਜਿਨ੍ਹਾਂ ਦੀਆਂ ਜਾਨਾਂ ਗਈਆਂ ਸਿਰਫ ਇਸ ਨਫ਼ਰਤ ਦੇ ਦੌਰ ਅਤੇ ਇਸ ਹਿੰਸਾ ਦੇ ਵਿਚਾਲੇ, ਉਹਨਾਂ ਦੀ ਯਾਦ, ਉਹਨਾਂ ਦੇ ਸੰਘਰਸ਼, ਉਹਨਾਂ ਦੇ ਬਲੀਦਾਨ ਦੇ ਲਈ 14 ਅਗਸਤ ਨੂੰ ਪਾਰਟੀਸ਼ਨ ਹਾਰਰਸ ਰਿਮੈਂਬਰੈਂਸ ਡੇ ਯਾਨੀ ਕਿ ਵੰਡ ਦੀ ਤਬਾਹੀ ਦੇ ਤੌਰ ਤੇ 14 ਅਗਸਤ ਨੂੰ ਮਨਾਇਆ ਜਾਵੇਗਾ। ਕਿਹਾ ਕਿ ਯਾਦ ਕੀਤਾ ਜਾਵੇਗਾ ਉਹਨਾਂ ਸਾਰੇ ਹੀ ਜੋ ਜਾਨ ਗਵਾਉਣ ਵਾਲੇ ਸਾਡੇ ਭੈਣ ਭਰਾਵਾਂ ਨੂੰ। ਵੰਡ ਦੀ ਤਬਾਹੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਹੈ। ਪੰਕਜ ਕਪਾਹੀ ਸਾਡੇ ਸਹਿਯੋਗੀ ਜੁੜੇ ਨੇ। ਤਾਂ ਪੰਕਜ, ਇੱਕ ਪਾਸੇ ਅੱਜ ਪਾਕਿਸਤਾਨ 14 ਅਗਸਤ ਨੂੰ ਆਪਣਾ ਆਜ਼ਾਦੀ ਦਿਹਾੜਾ ਮਨਾ ਰਿਹਾ ਤਾਂ ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਐਲਾਨ ਕਰ ਦਿੱਤਾ ਹੈ ਕਿ ਵੰਡ ਦੀ ਤਬਾਹੀ ਦੇ ਤੌਰ ਤੇ 14 ਅਗਸਤ ਨੂੰ ਹਰ ਸਾਲ ਮਨਾਇਆ ਜਾਵੇਗਾ ਤੇ ਉਹਨਾਂ ਯਾਦ ਕੀਤਾ ਜਾਵੇਗਾ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਸੀ, ਅਣਿਆਈ ਮੌਤ ਮਰ ਗਏ ਸੀ। ਬਿਲਕੁਲ ਅਮਰਿਤ, ਕਿਉਂਕਿ 1947 ਤੋਂ ਪਹਿਲਾਂ ਪਾਕਿਸਤਾਨ ਵੀ ਭਾਰਤ ਦਾ ਹਿੱਸਾ ਸੀ, ਲੇਕਿਨ ਜਦੋਂ ਅੰਗਰੇਜ਼ ਮੁਲਕ ਛੱਡ ਕੇ ਜਾਣ ਲੱਗੇ ਸੀ, ਜਦੋਂ ਆਜ਼ਾਦੀ ਮਿਲਣ ਲੱਗੀ ਸੀ ਤਾਂ ਉਸ ਵੇਲੇ ਸਿਆਸਤਦਾਨਾਂ ਦੀ ਲੜਾਈ ਦੀ ਵਜ੍ਹਾ ਕਰਕੇ, ਇੱਕ ਪਾਸੇ ਮੁਹੰਮਦ ਜਿੰਨਾ ਸੀ ਤਾਂ ਦੂਜੇ ਪਾਸੇ ਪੰਡਿਤ ਜਵਾਹਰ ਲਾਲ ਨਹਿਰੂ ਸੀ, ਮੁਲਕ ਜਿਹੜਾ ਵਾ ਵੰਡਣਾ ਪਿਆ। ਮੁਲਕ ਦੇ ਦੋ ਹਿੱਸੇ ਹੋਏ। ਇੱਕ ਪਾਸੇ ਪੰਜਾਬ ਦੇ ਉਹ ਟੋਟੇ ਕਰ ਦਿੱਤੇ ਗਏ, ਜਿਹੜਾ 5 ਦਰਿਆਵਾਂ ਦਾ ਆਪ ਬੰਦਾ ਵਾ ਉਸਦੇ 2 ਹਿੱਸੇ ਕਰ ਦਿੱਤੇ ਗਏ, ਬੰਗਾਲ ਦੇ 2 ਹਿੱਸੇ ਕਰ ਦਿੱਤੇ ਗਏ। ਔਰ ਉਸ ਵੇਲੇ ਜਦੋਂ ਲਕੀਰ ਖਿੱਚੀ ਗਈ ਕਿ ਇਹ ਹੁਣ ਇੱਕ ਨਵਾਂ ਮੁਲਕ ਪਾਕਿਸਤਾਨ ਬਣ ਗਿਆ ਤਾਂ ਉਸ ਵੇਲੇ ਲਹਿੰਦੇ ਪੰਜਾਬ ਵਾਲੇ ਪਾਸੇ ਜਿਹੜੇ ਪੰਜਾਬੀ ਰਹਿੰਦੇ ਸੀ ਬਹੁਤ ਜ਼ਿਆਦਾ ਕਤਲੋ ਗਾਰਤ ਹੋਈ ਸੀ। ਬਹੁਤ ਸਾਰਾ ਉਸ ਵੇਲੇ ਹਿੰਸਾ ਦੀ ਭੇਟ ਜਿਹੜਾ ਵਾ ਦੋਵਾਂ ਪਾਸੋਂ ਜਿਹੜੇ ਨੇ ਤਮਾਮ ਪੰਜਾਬੀ ਚਾਹੇ ਕਿਸੇ ਵੀ ਕੌਮ ਦੇ ਹੋਣ ਉਹ ਨਫ਼ਰਤ ਦੀ ਭੇਟ ਚੜੇ ਸੀਗੇ ਔਰ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਜਿਹੜੀ ਆ ਉਸ ਨਫ਼ਰਤ ਦੀ ਭੇਟ ਤੇ ਚੜਾ ਦਿੱਤੀ ਸੀ। ਅੱਜ ਪਾਕਿਸਤਾਨ ਜ਼ਰੂਰ ਜਿਹੜਾ ਵਾ ਆਪਣਾ ਆਜ਼ਾਦੀ ਦਿਹਾੜਾ ਮਨਾ ਰਿਹਾ, ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਗੱਲ ਦਾ ਪਛਤਾਵਾ ਕੀਤਾ ਗਿਆ ਹੈ ਕਿ ਅੱਜ ਦੇ ਦਿਨ ਜੋ ਕਤਲੋ ਗਾਰਤ ਹੋਈ ਸੀ, ਖਾਸ ਤੌਰ ਤੇ ਪੰਜਾਬ ਅਤੇ ਬੰਗਾਲ ਜਦੋਂ ਵੰਡਿਆ ਗਿਆ ਤਾਂ ਉਸ ਵੇਲੇ ਦੇ ਜਿਹੜੇ ਉਹ ਲੋਕਾਂ ਨੇ ਉਸ ਵੇਲੇ ਜਿਹੜੇ ਹਿੰਸਾ ਦੀ ਭੇਟ ਚੜੇ ਸੀਗੇ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ, ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਅੰਗਰੇਜ਼ ਜਾਂਦੇ ਜਾਂਦੇ ਕਿਸ ਤਰੀਕੇ ਦੇ ਨਾਲ ਨਫ਼ਰਤ ਦੀ ਭਾਵਨਾ ਜਿਹੜੀ ਹੈ ਉਹ 2 ਕੌਮਾਂ ਦੇ ਵਿੱਚ ਖੜੀ ਕਰਕੇ ਔਰ ਉਸ ਦਾ ਖਮਿਆਜ਼ਾ ਜਿਹੜਾ ਵਾ ਹਜ਼ਾਰਾਂ ਲੋਕਾਂ ਨੇ ਜਾਨ ਗਵਾ ਕੇ ਦੇਣਾ ਪਿਆ। ਬਿਲਕੁਲ ਪੰਕਜ, ਤਾਂ ਅੱਜ ਵੀ ਉਹ ਜ਼ਖਮ ਉਸੇ ਤਰੀਕੇ ਦੇ ਨਾਲ ਅੱਲੇ ਨੇ, ਅੱਜ ਵੀ ਉਹ ਦਰਦ ਉਸੇ ਤਰ੍ਹਾਂ ਜਦੋਂ 14 ਅਗਸਤ ਆਉਂਦੀ ਹੈ ਤੇ ਬੜੇ ਪਰਿਵਾਰਾਂ ਦਾ ਜੋ ਹੈ ਉਹ ਜਾਗ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਕਈਆਂ ਭੈਣਾਂ ਨੇ ਭਰਾ ਗਵਾ ਦਿੱਤੇ, ਕਈਆਂ ਮਾਵਾਂ ਦੇ ਪੁੱਤ ਚਲੇ ਗਏ। ਤਾਂ 15 ਅਗਸਤ ਨੂੰ ਭਾਰਤ ਆਜ਼ਾਦੀ ਦਿਹਾੜਾ ਤਾਂ ਮਨਾਉਂਦਾ, ਪਰ ਉਸ ਤੋਂ ਪਹਿਲਾਂ 14 ਅਗਸਤ ਨੂੰ ਜੋ ਐਲਾਨ ਹੁਣ ਪ੍ਰਧਾਨ ਮੰਤਰੀ ਨੇ ਕਰ ਦਿੱਤਾ ਹੈ ਕਿ ਹਰ ਸਾਲ ਇਸ ਨੂੰ ਵੰਡ ਦੀ ਤਬਾਹੀ ਦੇ ਤੌਰ ਤੇ ਮਨਾਇਆ ਜਾਵੇਗਾ, ਕਿਉਂਕਿ ਵੰਡ ਦਾ ਦਰਦ ਹੈ ਉਹ ਕਹਿੰਦੇ ਅਜੇ ਵੀ ਜੋ ਇਸੇ ਤਰੀਕੇ ਦੇ ਨਾਲ ਅੱਲੇ ਨੇ ਜ਼ਖਮ। ਪੰਕਜ ਬਣੇ ਰਹੋ ਤੁਸੀਂ ਸਾਡੇ ਨਾਲ। ਫਿਲਹਾਲ ਅਕਾਲੀ ਆਗੂ ਵਿਰਸਾ ਸਿੰਘ ਵਲਟੋਆ ਜੁੜੇ ਨੇ। ਤਾਂ ਵਿਰਸਾ ਸਿੰਘ ਵਲਟੋਆ ਜੀ, ਅੱਜ ਪਾਕਿਸਤਾਨ ਆਪਣਾ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ, ਪਰ ਪ੍ਰਧਾਨ ਮੰਤਰੀ ਨੇ ਐਲਾਨ ਕਰ ਦਿੱਤਾ ਹੈ ਕਿ 14 ਅਗਸਤ ਨੂੰ ਵੰਡ ਦੀ ਤਬਾਹੀ ਦੇ ਤੌਰ ਤੇ ਮਨਾਇਆ ਜਾਵੇਗਾ।
ਜਦੋਂ ਦੇਸ਼ ਦੀ ਵੰਡ ਹੋਈ ਹੈ, ਪਾਕਿਸਤਾਨ ਚ ਹੋਣ ਚ ਆਇਆ ਤੇ ਅੱਜ ਪਾਕਿਸਤਾਨ ਦਾ ਆਜ਼ਾਦੀ ਦਿਵਸ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਪਰ ਇਹਦੇ ਨਾਲ ਹੀ ਜੋ ਸਮੇਂ ਵਰਤਾਰਾ ਵਾਪਰਿਆ, ਜੋ ਕਹਿਰ ਵਾਪਰਿਆ, ਜੋ ਮਨੁੱਖਤਾ ਦਾ ਘਾਣ ਹੋਇਆ, ਔਰ ਖਾਸ ਕਰਕੇ ਪੰਜਾਬੀਆਂ ਦਾ ਤੇ ਬੰਗਾਲੀਆਂ ਦਾ ਹੋਇਆ, ਤੇ ਖਾਸ ਕਰਕੇ ਪੰਜਾਬੀਆਂ ਦਾ ਜਰਖੇਤ ਜ਼ਮੀਨਾਂ ਛੱਡ ਕੇ ਆਏ, ਆਪਣੇ ਵੱਢ ਕੇ ਆਏ, ਪਰਿਵਾਰੀਆਂ ਦਾ ਨੁਕਸਾਨ ਕਰਵਾ ਕੇ ਆਏ, ਧੀਆਂ ਭੈਣਾਂ ਦੀਆਂ ਬੇਪਤੀਆਂ ਕਰਵਾ ਕੇ ਆਏ, ਔਰ ਇੱਥੋਂ ਤੱਕ ਕਿ ਧੀਆਂ ਭੈਣਾਂ ਨੂੰ ਹੱਥੀਂ ਕਤਲ ਕਰਨਾ ਪਿਆ। ਇਹ ਉਹ 1947 ਦਾ ਵਰਤਾਰਾ ਹੈ, ਇੱਜ਼ਤਾਂ ਬਚਾਉਣ ਦੀ ਖਾਤਰ। ਉਹਨੂੰ ਕਦੇ ਵੀ ਭੁੱਲ ਨਹੀਂ ਸਕਦੇ। ਮੋਦੀ ਸਾਹਿਬ ਵਰਗੇ ਤੇ ਭੁੱਲ ਸਕਦੇ ਆ, ਦੇਸ਼ ਦੇ ਬਾਕੀ ਲੋਕ ਜਿਨ੍ਹਾਂ ਨੂੰ ਸੇਧ ਨਹੀਂ ਲੋਕ ਭੁੱਲ ਸਕਦੇ ਆ, ਪੰਜਾਬੀ ਨਹੀਂ ਭੁੱਲ ਸਕਦੇ। ਔਰ ਜਿਹੜੇ ਲੋਕ ਉਧਰੋਂ ਉੱਜੜ ਕੇ ਆਏ ਸੀਗੇ ਉਹ ਕਦੇ ਨਹੀਂ ਭੁੱਲ ਸਕਦੇ। ਉਹਨੂੰ ਦੇਸ਼ ਦੇ ਪ੍ਰਧਾਨ ਮੰਤਰੀ ਕਿਸ ਰੂਪ ਚ ਮਨਾਉਣ, ਦੇਸ਼ ਨੂੰ ਕੀ ਸੱਦਾ ਦੇਣਾ ਚਾਹੁੰਦੇ ਨੇ, ਕੋਈ ਪੀੜਾ ਨੂੰ ਭੁੱਲਿਆ ਨਹੀਂ ਜਾ ਸਕਦਾ। ਵਾਕਿਆ ਹੀ ਜਿਹੜਾ ਜੋ ਕੁਛ ਵੀ ਵਾਪਰਿਆ ਸੀ, ਕਹਿਰ ਵਾਪਰਿਆ ਸੀ, ਉਹ ਕਈ ਦਿਨ ਚ ਮਨਾ ਲਓ, ਉਹਨੂੰ ਕਿਸੇ ਰੂਪ ਚ ਮਨਾ ਲਓ। ਇਹ ਪ੍ਰਧਾਨ ਮੰਤਰੀ ਸਾਹਿਬ ਦੀ ਹੋ ਸਕਦੀ ਹੈ, ਪਰ ਕੀਤਾ ਕੀ ਜੀ ਉਹਨਾਂ ਲੋਕਾਂ ਵਾਸਤੇ? ਉਹਨਾਂ ਲੋਕਾਂ ਦੀ ਅੱਜ ਤੁਹਾਨੂੰ 47 ਦੀ ਗੱਲ ਤੇ ਅੱਜ 21 ਆ ਗਿਆ, 74 ਸਾਲਾਂ ਬਾਅਦ ਤੁਹਾਨੂੰ ਯਾਦ ਆ ਗਈ ਹੈ ਦੇਸ਼ ਨੂੰ ਕਿ ਕਦੀ ਇਹ ਵੀ ਵਰਤਾਰਾ ਵਾਪਰਿਆ ਸੀਗਾ। ਹਾਂਜੀ, ਤੇ ਇਸ ਕਰਕੇ ਜਿਹੜਾ ਉਹਨਾਂ ਲੋਕ ਕਦਮ ਚੁੱਕਣ ਦੀ ਲੋੜ ਹੈ। ਉਹਨਾਂ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ, ਕਹਿੰਦੇ ਕਿ ਇਹ ਦਿਨ ਸਾਨੂੰ ਸਿਖਾਵੇਗਾ ਕਿ ਭੇਦਭਾਵ ਨਹੀਂ ਕਰਨਾ ਹੈ, ਸਾਨੂੰ ਇਕਜੁੱਟਤਾ ਦਾ ਸੁਨੇਹਾ ਦੇਵੇਗਾ, ਸਾਨੂੰ ਰਲ ਕੇ ਕਿਸ ਤਰ੍ਹਾਂ ਚੱਲਣਾ ਹੈ ਉਹ ਮੈਸੇਜ ਦੇਵੇਗਾ। ਮੈਂ ਇੱਕ ਬੇਨਤੀ ਕਰਾਂ ਜੀ, ਭੇਦਭਾਵ ਨਹੀਂ ਹੋਣਾ ਚਾਹੀਦਾ, ਪਰ ਜੋ 84 ਚ ਵਾਪਰਿਆ, ਮਾਰੋ ਸਰਦਾਰ ਕੋ ਦੇਸ਼ ਕੇ ਗਦਾਰ ਕੋ, ਇਹ ਹਿੰਦੁਸਤਾਨ ਦੀ ਧਰਤੀ ਤੇ ਨਾਰੇ ਵੱਜੇ ਨਾ, बेटी सरदार की देश के गदार की चुक चुक के ले गए घर चो सिख बच्चियां नूं। ये वरतारा तो कल की गल है जी। 37 साल होए, 37 साल भी नहीं होए। हाँ जी, आजाद हिंदुस्तान दे विच उस दे नाल जिन्हां ने 80% तो वध देश वास्ते फांसियां दे चढ़े ते कुर्बानियां दित्तियां, शहीदियां दित्तियां, देश नूं आजाद करवा ते देश की खातर सब तो वध जिहड़े कहर की गल करदे, जिन्होंने काला दिन मनाउण की गल करदे है, वो जिहड़ा काला दिन वापरिया सी, वरतारा वापरिया सी, कहर वापरिया सी, उस कौम दे नाल वापरिया सी। अपनियां जरखेज जमीनां छड्ड के आए, कारोबार छड्ड के आए, जीआं दा नुकसान करवा के आए ते आजाद हिंदुस्तान दे विच उन्हां दे सब तो पवित्र स्थान ते हमला कीता गया, उन्हां दा कतलेआम कीता गया, दिल्ली दीआं गलियां दे विच घरां चों कढ करके साडीआं धीआं भैणां नूं जिस तरह बेपत कीता गया। देश के प्रधानमंत्री नूं याद नहीं, कभी 1 नवंबर 2 नवंबर 3 नवंबर कभी काले दिन के रूप में मनाओगे? मेरा सीधा सवाल है। चलो विरसा सिंह वलटोआ जी बने रहो, जवाब भी ले लेने। हरजीत गरेवाल साडे नाल जुड़े ने, बीजेपी आगू। तो हरजीत गरेवाल जी, प्रधानमंत्री ने ऐलान कर दिता है कि 14 अगस्त नूं पाकिस्तान अपना आज़ादी दिहाड़ा बेशक मनावे, पर भारत दे विच वंड दी तबाही के तौर पर इसनूं मनाया जाएगा। पर दूजे पासे अकाली दल सवाल खड़े कर रहा है कि इस तरह एक दिन नूं डिकलेयर करन दे नाल की हो जांदा है, कहंदे कीता की है पीड़ित परिवारां दे लई। देखो, इस तरह अकाली दल की अपनी सोच है, असी ਉਹਦੇ ਲਈ कुछ नहीं कह सकते। उन्होंने अपने तरीके नाल देश के लोगों को फेस करना है, उन्हों का काम है, उन्होंने अपनी विचारधारा। पर ये जिहड़ा दिन आ, इस दिन 2 लोगों को याद करना चाहिए। एक डॉक्टर श्यामा प्रसाद मुखर्जी और मास्टर तारा सिंह जी। मास्टर तारा सिंह जी उस टाइम कौम के रहनुमा सी। अगर पश्चिमी बंगाल अज हिंदुस्तान का हिस्सा, तो डॉक्टर श्यामा प्रसाद मुखर्जी की सोच ते देन ते उन्हों का संघर्ष। अगर पंजाब अज इस देश का हिस्सा जो बचिया इधर का, वो मास्टर तारा सिंह जी और उन्होंने सोच और उन्होंने मतलब जिहड़ा सिदक सी उसकी वजह करके है, ते इसलिए कौम दे उस टाइम वो रहनुमा सी, ते उन्होंने लोगों को श्रद्धा अर्पण करनी चाहिए, उन्होंने श्रद्धा ते सत्कार देना चाहिए। देशवासियों को उस दिन याद करते हुए इन्होंने दोनों महान शख्सियतों को भी याद करना चाहिए, और जिहड़े इन्हां दे उस टाइम साथी सी उन्होंने भी याद करना चाहिए, और पैरोकार सी उन्होंने भी याद करना चाहिए। एक विचारधारा सी जिसने देश नाल दोनों हिस्से रखे। और सिखां दे नाल जिहड़ा बलटोआ साहब कहंदे ने, मैं सुन रहा सी, वो जिन्हां ने अज इस देश दे नाल ये सब कीता, उन्हां नूं तां पंजाब च राजगद्दी ते बिठाया होया, और उन्हां दा कोई विरोध नहीं है। और जिन्हां ने जिहड़े प्रधानमंत्री अज ने, उन्होंने करतारपुर साहब का लांघा 70 साल बाद खुलवाया, और बाकी जिहड़ी काली सूची चो कढ़े ते होर सारा कुछ किया। उस प्रधानमंत्री नूं इस तरह की गल करते हैं, मेरे ख्याल नहीं करनी चाहिए।
ਔਰ ਇਸ ਵੇਲੇ ਇਸ ਜਿਹੜਾ ਇਹ ਬੁਰਾ ਕੰਮ ਹੋਇਆ, ਜਿਹੜਾ ਇਹ ਹਿੰਦੁਸਤਾਨ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ, ਦੁਰਘਟਨਾ ਹੀ ਕਹਿ ਸਕਦੇ ਹਾਂ ਉਸ ਨੂੰ, ਉਹ ਕੁਛ ਐਸੀ ਸੋਚ ਦੀ ਵਜ੍ਹਾ ਕਰਕੇ ਹੋਈ। ਉਸ ਸੋਚ ਨੂੰ ਜ਼ਰੂਰ ਨਕਾਰਨਾ ਚਾਹੀਦਾ ਇਹ ਮੈਂ ਕਹਿਣਾ, ਔਰ ਸ਼ਰਧਾ ਤੇ ਸਤਿਕਾਰ ਉਹਨਾਂ ਲੋਕਾਂ ਨੂੰ ਭੇਟ ਕਰਨਾ ਚਾਹੀਦਾ ਜਿਨ੍ਹਾਂ ਨੇ ਉਸ ਟਾਈਮ ਵੰਡ ਦੇ ਸਮੇਂ 'ਚ ਹਿੰਦੁਸਤਾਨ ਆਉਂਦੇ ਹੋਏ ਆਪਣੀਆਂ ਜਾਨਾਂ ਗਵਾਈਆਂ। ਅਗਰ ਮੁਸਲਮਾਨ ਵੀ ਮਾਰੇ ਗਏ ਤਾਂ ਉਹ ਵੀ ਗਲਤ ਸੀ, ਉਹ ਵੀ ਦੇਸ਼ ਦੇ ਬਸ਼ਿੰਦੇ ਸੀ। ਅਗਰ ਹਿੰਦੂ ਮਾਰੇ ਗਏ ਜਾਂ ਸਿੱਖ ਮਾਰੇ ਗਏ ਜਾਂ ਕ੍ਰਿਸਚੀਅਨ ਮਾਰੇ ਗਏ, ਉਹ ਵੀ ਦੇਸ਼ ਦੇ ਬਸ਼ਿੰਦੇ ਸੀ। ਉਹਨਾਂ ਨੂੰ ਵੀ ਸਾਨੂੰ ਯਾਦ ਅੱਜ ਕਰਨਾ ਚਾਹੀਦਾ ਕਿ ਇਸ ਦੇਸ਼ ਦੇ ਅੰਦਰ ਇਹ ਹਿੱਸੇ ਰੱਖਣ ਦੇ ਲਈ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਆ ਕੇ। ਪਰ ਨਾਲ ਹੀ ਇੱਕ ਹੋਰ ਗੱਲ ਹਰਜੀਤ ਗਰੇਵਾਲ ਜੀ ਵਿਰਸਾ ਸਿੰਘ ਵਲਟੋਆ ਦੇ ਵੱਲੋਂ ਕਹੀ ਗਈ, ਕਹਿੰਦੇ ਇੱਕ ਦਿਨ ਨੂੰ ਤੁਸੀਂ ਅੱਜ ਕਹਿ ਦਿੱਤਾ ਕਿ ਇਸ ਨੂੰ ਵੰਡ ਦੀ ਤਬਾਹੀ ਦੇ ਤੌਰ ਤੇ ਬਣਾਇਆ ਜਾਵੇਗਾ। ਕਹਿੰਦੇ 1 ਨਵੰਬਰ 2 ਨਵੰਬਰ 3 ਨਵੰਬਰ ਯਾਨੀ 84 ਦੀ ਗੱਲ ਕੀਤੀ ਉਹਨਾਂ ਨੇ। ਕਹਿੰਦੇ ਉਹ ਵੀ ਦਰਦ ਹੈ, ਉਹ ਵੀ ਇੱਕ ਦੁਖਾਂਤ ਹੈ ਬੜਾ ਵੱਡਾ, ਕਿ ਉਹਨਾਂ ਨੂੰ ਵੀ ਤੁਸੀਂ ਕਾਲੇ ਦਿਨ ਵਜੋਂ ਕਰਦੇ ਹੋ ਡਿਕਲੇਅਰ। ਬਈ ਦੁਖਾਂਤ ਤਾਂ ਹੈ, ਮੈਂ ਕਦੋਂ ਕਹਿਣਾ ਜਾਂ ਪ੍ਰਧਾਨ ਮੰਤਰੀ ਜੀ ਕਦੋਂ ਕਹਿੰਦੇ ਆ ਕਿ ਦੁਖਾਂਤ ਨਹੀਂ ਹੈ, ਪਰ ਇਹ ਦੇਸ਼ ਦੀ ਵੰਡ ਹੋਈ ਸੀ, ਇਹ ਦੇਸ਼ ਦੇ ਅੰਦਰ ਹੋਇਆ ਤੇ ਇਹ ਦੋਨਾਂ ਘਟਨਾਵਾਂ ਦੇ ਵਿੱਚ ਫਰਕ ਆ। ਜ਼ਰੂਰੀ ਨਹੀਂ ਕਿ ਉਸ ਦਿਨ ਉਹਨਾਂ ਨੂੰ ਵੀ ਯਾਦ ਕੀਤਾ ਜਾਵੇ ਤੇ ਉਹਨਾਂ ਨੂੰ ਵੀ ਮਿਲਿਆ ਜਾਵੇ। ਹੋਰ ਬਹੁਤ ਸਾਰੀਆਂ ਐਸੀਆਂ ਦੁਰਘਟਨਾਵਾਂ ਦੇਸ਼ ਦੇ ਅੰਦਰ ਹੁੰਦੀਆਂ ਨੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ, ਔਰ ਉਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਹ ਕੋਈ ਅਸੀਂ ਕਹਿ ਦਈਏ ਕਿ ਬੀਜੇਪੀ ਵਾਲਿਆਂ ਦੀ ਜ਼ਿੰਮੇਵਾਰੀ ਹੈ ਜਾਂ ਮੇਰੀ ਜ਼ਿੰਮੇਵਾਰੀ ਹੈ, ਉਹ ਬਲਟੋਆ ਸਾਹਿਬ ਦੀ ਵੀ ਉਨੀ ਜ਼ਿੰਮੇਵਾਰੀ ਹੈ ਔਰ ਕਾਂਗਰਸ ਵਾਲਿਆਂ ਦੀ ਵੀ ਉਨੀ ਜ਼ਿੰਮੇਵਾਰੀ ਹੈ। ਸਾਰੇ ਜਿੰਨੇ ਦੇਸ਼ ਦੇ ਅਸੀਂ ਨਾਗਰਿਕ ਹਾਂ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸਾਰਿਆਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਉਹ ਜਿਹੜੀ ਘਟਨਾ ਹੋਈ, ਨਸਲਕੁਸ਼ੀ ਹੋਈ ਸਿੱਖਾਂ ਦੀ, ਔਰ ਜਿਹਦਾ ਜ਼ਿਕਰ ਬਲਟੋਆ ਸਾਹਿਬ ਨੇ ਕੀਤਾ। ਚਲੋ ਵਿਰਸਾ ਸਿੰਘ ਵਲਟੋਆ ਜੀ ਕਹਿੰਦੇ ਨੇ ਕਿ ਹਰ ਗੱਲ ਦੇ ਉੱਪਰ ਇਸ ਤਰ੍ਹਾਂ ਸਿਆਸਤ ਨਹੀਂ ਕਰਨੀ ਚਾਹੀਦੀ, ਦੋਵੇਂ ਘਟਨਾਵਾਂ ਵੱਖੋ ਵੱਖਰੀਆਂ ਨੇ, ਪਰ ਅੱਜ ਜੋ ਇਹ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਵੰਡ ਦੀ ਤਬਾਹੀ ਦੇ ਤੌਰ ਤੇ ਮਨਾਉਣ ਵਾਲਾ, ਤੁਹਾਨੂੰ ਵੀ ਸਾਥ ਦੇਣਾ ਚਾਹੀਦਾ ਇਸ ਦੇ ਵਿੱਚ। ਦੇਖੋ, ਮੈਂ ਤਾਂ ਪਹਿਲਾਂ ਕਿਹਾ ਕਿ ਜੋ ਕੁਝ ਵੀ ਵਰਤਾਰਾ ਵਾਪਰਿਆ ਬੜਾ ਵੱਡਾ ਕਹਿਰ ਹੈ। ਕਾਲਾ ਦਿਨ ਕਹਿ ਦੇਣਾ ਇਹ 'ਚ ਕੋਈ ਦਰਾਵਾ ਨਹੀਂ ਗਿਆ ਕਿ ਸਾਡੀ ਪੀੜਾ ਦੀ ਇਹ ਪ੍ਰਗਟਾਵਾ ਕਰਦੀ ਹੈ ਜੀ। ਮੈਂ ਤਾਂ ਕਹਿ ਰਿਹਾ ਤਾਂ ਉਸ ਤੋਂ ਵੱਡੀ ਗੱਲ ਕਹਿ ਦਿੱਤੀ ਕਿ ਜੋ ਕੁਝ ਵਾਪਰਿਆ, ਪਰ ਉਹਨਾਂ ਵਾਸਤੇ ਕੀਤਾ ਕੀ ਹੈ ਜਾਂ ਕਰਾਂਗੇ ਕੀ, ਇਹ ਵੀ ਤਾਂ ਦੱਸੋ ਨਾ। ਜਿਨ੍ਹਾਂ ਦੇ ਨਾਲ ਵਾਪਰਿਆ ਸੀਗਾ, ਔਰ ਲੋਕ ਕਈ ਇਹੋ ਜਿਹੇ ਨੇ ਜਿਹੜੇ ਉੱਥੇ ਲੋਕ ਸਰਦਾਰੀਆਂ ਭੋਗਦੇ ਸੀ, ਪਰ ਠੀਕ ਹੈ ਕਿ ਵੱਖਰੀ ਗੱਲ ਹੈ ਕਿ ਸਮਾਂ ਪਾ ਕੇ ਅੱਜ ਉਹ ਰੋਟੀ ਖਾਣ ਜੋਗੇ ਹੋ ਗਏ, ਪਰ ਇੱਧਰ ਆਣ ਕੇ ਜਿੱਥੇ ਉਹਨਾਂ ਨੂੰ ਪਰਿਵਾਰਕ ਤਬਾਹੀਆਂ ਝੱਲਣੀਆਂ ਪਈਆਂ, ਆਰਥਿਕ ਤਬਾਹੀਆਂ ਝੱਲਣੀਆਂ ਪਈਆਂ, ਹਾਂਜੀ, ਤੇ ਉਹਨਾਂ ਦੀ ਜਿਹੜੀਆਂ ਹਕੂਮਤਾਂ ਨੇ ਕਦੇ ਬਾਂਹ ਨਹੀਂ ਫੜੀ, ਉਹ ਵੀ ਫੜਨੀ ਚਾਹੀਦੀ ਹੈ। ਔਰ ਦੂਸਰੀ ਗੱਲ ਜਿਹੜੀ ਮੇਰੀ ਸਭ ਤੋਂ ਵੱਡੀ ਗੱਲ ਹੈ ਕਿ ਉਹ ਤੁਸੀਂ ਦੇਸ਼ ਦੀ ਵੰਡ, ਇੱਕ ਨਫ਼ਰਤ ਦੀ ਵੰਡ, ਤੇ ਵਿਚਾਰੇ ਉਹਨਾਂ ਬੇਗੁਨਾਹ ਸਿੱਖਾਂ ਦਾ ਕੀ ਗੁਨਾਹ ਸੀਗਾ ਜਿਹੜੇ ਦਿੱਲੀ ਦੇ ਵਿੱਚ, ਕਾਨਪੁਰ ਦੇ ਵਿੱਚ, ਬੋਕਾਰੋ ਦੇ ਵਿੱਚ ਭੱਠੀਆਂ ਦੇ ਵਿੱਚ ਝੋਕ ਦਿੱਤੇ ਗਏ, ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਟਾਇਰ ਪਾ ਪਾ ਕੇ ਜਿੰਦਾ ਸਾੜ ਦਿੱਤੇ ਗਏ। ਮੇਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਗੁਜ਼ਾਰਿਸ਼ ਹੈ, ਬੇਨਤੀ ਹੈ ਕਿ ਅੱਜ ਤੋਂ ਐਲਾਨ ਕਰਨ ਕਿ 1 ਨਵੰਬਰ ਜਿਹੜਾ ਆ ਕਾਲੇ ਦਿਨ ਦੇ ਰੂਪ ਦੇ ਵਿੱਚ ਹਿੰਦੁਸਤਾਨ 'ਚ ਮਨਾਇਆ ਜਾਊਗਾ, ਕਿਉਂਕਿ ਆਜ਼ਾਦ ਹਿੰਦੁਸਤਾਨ 'ਚ ਉਸ ਕੌਮ ਦੇ ਉੱਤੇ ਸਾਡੇ ਦੇਸ਼ ਦੇ ਕਾਤਲ ਲੋਕਾਂ ਨੇ, ਵਹਿਸ਼ੀ ਲੋਕਾਂ ਨੇ ਜਿਹੜਾ ਆ ਨਫ਼ਰਤ ਦੇ ਨਾਲ ਉਹਨਾਂ ਦਾ ਕਤਲੇਆਮ ਕੀਤਾ ਸੀ। ਅੱਜ ਤੋਂ ਡਿਕਲੇਅਰ ਕਰਨ ਕਿ 1 ਨਵੰਬਰ ਜਿਹੜਾ ਕਾਲੇ ਦਿਨ ਦੇ ਰੂਪ 'ਚ ਮਨਾਇਆ ਜਾਊ। ਤਾਂ ਹਰਜੀਤ ਗਰੇਵਾਲ ਜੀ ਕਹਿੰਦੇ ਨੇ ਤੁਸੀਂ ਕਰੋਗੇ ਜ਼ਿਕਰ ਕਰੋ ਕਿ ਪ੍ਰਧਾਨ ਮੰਤਰੀ ਨੂੰ ਕਹਿੰਦੇ ਨੇ ਉਹ ਵੀ ਦੁਖਾਂਤ ਬੜਾ ਵੱਡਾ ਹੈ, ਤੇ ਦੂਜੇ ਪਾਸੇ ਜੋ ਗੱਲ ਉਹਨਾਂ ਨੇ ਪਾਰਟੀਸ਼ਨ ਦੀ ਕੀਤੀ, ਕਹਿੰਦੇ 1 ਦਿਨ ਐਲਾਨ ਦਿੱਤਾ ਹੈ, ਪਰ ਕੀ ਉਹਨਾਂ ਪਰਿਵਾਰਾਂ ਦੇ ਲਈ ਕੋਈ ਐਲਾਨ ਕਰੋਗੇ ਜਿਹੜੇ ਅੱਜ ਵੀ ਕਈ ਨਰਕ ਦੀ ਜ਼ਿੰਦਗੀ ਭੋਗ ਰਹੇ ਨੇ? ਇਸ ਤਰ੍ਹਾਂ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਰਿਆਂ ਦੇ ਬੈਠ ਕੇ ਵਿਚਾਰ ਕਰ ਰਹੇ ਹੁੰਦੀਆਂ। ਪ੍ਰਧਾਨ ਮੰਤਰੀ ਜੀ ਨਾ ਉਸ ਵੇਲੇ ਪ੍ਰਧਾਨ ਮੰਤਰੀ ਸੀ ਨਾ ਹੁਕਮਰਾਨ ਸੀ, ਜਿਹੜੇ ਹੁਕਮਰਾਨ ਸੀ ਉਹਨਾਂ ਦੀ ਬੜੀ ਜ਼ਿੰਮੇਵਾਰੀ ਬਣਦੀ ਸੀ, ਜਿਹੜੇ ਉਸ ਟਾਈਮ ਨਾਗਰਿਕ ਪ੍ਰਮੁੱਖਤਾ 'ਚ ਸੀਗੇ ਉਹਨਾਂ ਦੀ ਬੜੀ ਜ਼ਿੰਮੇਵਾਰੀ ਬਣਦੇ ਸੀ। ਮੈਂ ਬਲਟੋਆ ਸਾਹਿਬ ਨੂੰ ਇਹ ਤਾਂ ਕਿਹਾ ਕਿ ਉਹਨਾਂ ਲੋਕਾਂ ਨੂੰ ਹੀ ਅਸੀਂ ਸੱਤਾ ਤੇ ਬੈਠੇ ਹਾਂ, 2 ਵਾਰ ਪੰਜਾਬ 'ਚ ਸੱਤਾ ਤੇ ਬੈਠੇ ਹਾਂ, ਤੇ ਉਹਦੇ 'ਚ ਸਾਡੇ ਲੋਕਾਂ ਦੀ, ਨਾਗਰਿਕਾਂ ਦੀ ਜਿਹੜੀ ਸੋਚ ਆ ਉਹ ਕਿੱਧਰ ਨੂੰ ਜਾਂਦੀ ਹੈ ਤੇ ਕੀ ਹੋ ਰਿਹਾ। ਗੱਲ ਤਾਂ ਇਹ ਹੈਗੀ ਹੈ ਸਭ ਤੋਂ ਬੜੀ, ਅਸੀਂ ਸਰਕਾਰਾਂ ਤੇ ਦੋਸ਼ ਦਈਏ, ਸਰਕਾਰਾਂ ਬਣਾਉਣ ਵਾਲੇ ਵੀ ਤਾਂ ਅਸੀਂ ਹਾਂ, ਦੂਸਰਾ ਕੋਈ ਨਹੀਂ ਹੈਗਾ। ਇਹ ਠੀਕ ਆ ਵੀ ਬਲਟੋਆ ਸਾਹਿਬ ਦੂਜੇ ਪਾਸੇ ਵੋਟ ਪਾਉਂਦੇ, ਅਸੀਂ ਦੂਜੇ ਪਾਸੇ ਪਾਉਂਦੇ ਹਾਂ, ਕੋਈ ਹੋਰ ਪਾਸੇ ਪਾਉਂਦਾ, ਵੋਟਾਂ ਦੀ ਗੱਲ ਨਹੀਂ ਹੈ। ਗੱਲ ਤਾਂ ਇਹ ਕਿ ਸੋਚ ਤਾਂ ਇੱਕੋ ਜਿਹੀ ਹੋਣੀ ਚਾਹੀਦੀ ਹੈ, ਦੇਸ਼ ਦੇ ਨਾਲ ਹੋਣੀ ਚਾਹੀਦੀ ਹੈ। ਔਰ ਉਹਨਾਂ ਲੋਕਾਂ ਲਈ ਵੀ ਠੀਕ ਆ, ਬਲਟੋਆ ਸਾਹਿਬ ਜਿਨ੍ਹਾਂ ਦੀ ਗੱਲ ਕਰ ਰਹੇ ਆ ਉਹਨਾਂ ਨਾਲ ਵੀ ਧੱਕਾ ਹੋਇਆ, ਔਰ ਹੋਰ ਵੀ ਬਹੁਤ ਸਾਰਿਆਂ ਨਾਲ ਹੁੰਦਾ। ਸਾਰਿਆਂ ਦੀ ਗੱਲ ਸਾਨੂੰ ਇੱਕੋ ਮਾਨਸਿਕਤਾ ਨਾਲ ਕਰਨੀ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਪਰ ਅੱਜ ਦਾ ਜਿਹੜਾ ਦਿਨ ਆ, ਇਹ ਇਸ ਦਿਨ ਤੇ ਬਾਕੀ ਸਾਰੀਆਂ ਗੱਲਾਂ ਨੂੰ ਰਲਗੱਡ ਕਰ ਲਈਏ, ਉਹ ਕਰਨ ਵਾਲੀ ਗੱਲ ਨਹੀਂ ਹੈ। ਇਹ ਠੀਕ ਆ ਕਿ ਉਹਦੇ ਲਈ ਅਲੱਗ ਤੋਂ ਗੱਲ ਹੋਵੇ, ਔਰ ਜ਼ਰੂਰ ਹੋਣੀ ਚਾਹੀਦੀ ਹੈ। ਮੈਂ ਕੋਈ ਉਹਦੇ ਖਿਲਾਫ ਨਹੀਂ ਹੈਗਾ, ਨਾ ਬੀਜੇਪੀ ਉਸ ਚੀਜ਼ ਦੇ ਖਿਲਾਫ ਹੈ। ਬਹੁਤ ਬੁਰਾ ਹੋਇਆ, ਉਹ ਇੱਕ ਦੁਖਾਂਤ ਸੀ ਦੇਸ਼ ਦੇ ਨਾਲ, ਦੇਸ਼ ਦੀ ਡੈਮੋਕ੍ਰੇਸੀ ਤੇ ਇੱਕ ਧੱਬਾ ਸੀ, ਤੇ ਉਹ ਅਸੀਂ ਮੰਨਦੇ ਹਾਂ ਉਸ ਚੀਜ਼ ਨੂੰ।
ਚਲੋ ਖੈਰ ਸ਼ੁਕਰੀਆ ਹਰਜੀਤ ਗਰੇਵਾਲ ਜੀ ਨਿਊਜ਼ 18 ਦੇ ਨਾਲ ਜੁੜਨ ਦੇ ਲਈ। ਵਿਰਸਾ ਸਿੰਘ ਵਲਟੋਆ ਤੁਹਾਡਾ ਵੀ ਸ਼ੁਕਰੀਆ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜਨ ਦੇ ਲਈ। ਤਾਂ ਸਿੱਧੇ ਤੌਰ ਤੇ ਜੋ ਅੱਜ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਪ੍ਰਧਾਨ ਮੰਤਰੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ 14 ਅਗਸਤ ਨੂੰ ਵੰਡ ਦੀ ਤਬਾਹੀ ਦੇ ਤੌਰ ਤੇ ਮਨਾਇਆ ਜਾਵੇਗਾ, ਕਿਉਂਕਿ 14 ਅਗਸਤ ਦਾ ਜੋ ਦਰਦ ਹੈ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਦੱਸਦੇ ਕਿ 14 ਅਗਸਤ ਨੂੰ ਪਾਕਿਸਤਾਨ ਆਪਣਾ ਆਜ਼ਾਦੀ ਦਿਹਾੜਾ ਮਨਾਉਂਦਾ ਹੈ ਤੇ ਇਧਰ ਪ੍ਰਧਾਨ ਮੰਤਰੀ ਨੇ ਵੰਡ ਦੀ ਤਬਾਹੀ ਦੇ ਤੌਰ ਤੇ ਇਸ ਦਿਨ ਨੂੰ ਮਨਾਏ ਜਾਣ ਦਾ ਐਲਾਨ ਕਰ ਦਿੱਤਾ ਹੈ। ਪਰ ਅਕਾਲੀ ਦਲ ਸਵਾਲ ਖੜੇ ਕਰ ਰਿਹਾ ਹੈ। ਅਕਾਲੀ ਦਲ ਕਹਿੰਦਾ ਹੈ ਕਿ ਸਿਰਫ ਇੱਕ ਦਿਨ ਦਾ ਐਲਾਨ ਕਰਨ ਦੇ ਨਾਲ ਕੀ ਹੋ ਜਾਵੇਗਾ, ਕਿ ਉਹਨਾਂ ਪੀੜਿਤ ਪਰਿਵਾਰਾਂ ਦੇ ਲਈ ਸਰਕਾਰ ਨੇ ਕੁਝ ਕੀਤਾ ਹੈ, ਕਿ ਉਹਨਾਂ ਪੀੜਿਤ ਪਰਿਵਾਰਾਂ ਦੇ ਲਈ ਅੱਜ ਪ੍ਰਧਾਨ ਮੰਤਰੀ ਕੋਈ ਐਲਾਨ ਕਰਨਗੇ। ਤੇ ਨਾਲ ਹੀ ਸਿੱਖ ਨਸਲਕੁਸ਼ੀ ਦਾ ਵੀ ਜ਼ਿਕਰ ਅਕਾਲੀ ਦਲ ਕਰ ਰਿਹਾ ਹੈ ਕਿ ਫਿਰ 1 ਨਵੰਬਰ ਨੂੰ ਵੀ ਕਾਲੇ ਦਿਨ ਦਾ ਐਲਾਨ ਕਰਨਾ ਚਾਹੀਦਾ ਹੈ, ਕਿ 1 ਨਵੰਬਰ ਨੂੰ ਵੀ ਕਾਲੇ ਦਿਨ ਦੇ ਤੌਰ ਤੇ ਮਨਾਇਆ ਜਾਵੇਗਾ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।